जो दिसै गुर सिखड़ा तिस निभ निभ लागों पाए जियो। आखा बिरथा जी की गुर सज्जन देह मिलाए जियो। सोई दस उपदेसड़ा मेरा मन अनंत ना काहूँ जाए जियो। ए मन तैकूं देवसां मैं मार्ग देह बताए जियो। हाँ आया दूर हों चल के मैं तकी तो शरणाए जियो। मैं आशा रखी चित मह मेरा सबो दुख गवाए जियो। तू मेरो मेर परबत स्वामी ओट गही मैं तेरी ना तुम डोलो हो ना हम गिरते रख लीनी हर मेरी। सतनाम वाहिगुरु साहिब जीओ। श्री राग महला पंजवा कर दूजा। गोयल आया गोयली क्या तिस डंफ पसार। मोलत पुन्नी चलना तू संभल कर बार। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਤਸੰਗੀ ਜਨੋ, ਸੱਚੇ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਆਪ ਬਹੁਤ ਭਾਵਨਾ ਦੇ ਨਾਲ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਦਇਆ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦਾਂ ਦਾ ਮਜ਼ਮੂਨ ਔਰ 21 ਸ਼ਬਦ ਹੋ ਚੁੱਕੇ ਨੇ। 22ਵੇਂ ਸ਼ਬਦ ਦੀ ਵਿਚਾਰ ਆਰੰਭ ਕਰਨੀ ਹੈ। ਆਪ ਜਿੰਨੀ ਸੰਗਤ ਗੁਰਦਰਬਾਰ ਵਿੱਚ ਮੌਜੂਦ ਹੋ ਬਖਸ਼ੋ ਅਸੀਸ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਗੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਪਿਆਰੇ ਸ਼ਬਦਾਂ ਦਾ ਮਜ਼ਮੂਨ। ਔਰ ਕਿਤੇ ਕੱਲ੍ਹ ਵੀ ਸਤਿਗੁਰ ਜੀ ਇਹ ਸਮਝਾ ਰਹੇ ਸਨ ਕਿ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਭਾਈ ਮੀਤ ਸੁਰਦ ਕੀਏ ਵਿਖਿਆ ਰਚਿਆ ਬਾਦ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਬਾਰ-ਬਾਰ ਸਮਝਾ ਰਹੇ ਨੇ ਕਿ ਇਸ ਸੰਸਾਰ ਦੇ ਵਿੱਚ ਜੋ ਵੀ ਦਿਖਦਾ ਪਸਾਰਾ ਹੈ ਉਹ ਅੱਜ ਭਲ ਕੇ ਫਨਾ ਹੋ ਜਾਏਗਾ। ਔਰ ਇਸੀ ਲੜੀ ਦੇ ਵਿੱਚ ਸਤਿਗੁਰੂ ਜੀ ਦਾ ਇਹ ਮਜ਼ਮੂਨ ਜਿਹੜਾ ਅਗਲੇ ਸ਼ਬਦ ਵੱਲ ਅਸੀਂ ਤੁਰਦੇ ਹਾਂ, ਇਹੀ ਗੱਲ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਬੰਦਾ ਜਿੰਨਾ ਮਰਜ਼ੀ ਪਸਾਰਾ ਕਰ ਲੇ, ਬੰਦੇ ਨੂੰ ਪਸਾਰਾ ਪਸਾਰਨ ਦਾ ਪੂਰਾ ਸਮਾਂ ਮਿਲਦਾ ਹੈ ਅਤੇ ਪਸਾਰਾ ਪਸਾਰਨ ਵਿੱਚ ਇੰਨਾ ਜ਼ਿਆਦਾ ਉਹ ਗਵਾਚ ਜਾਂਦਾ ਕਿ ਫਿਰ ਉਹਨੂੰ ਸੰਕੋਚਨ ਦਾ ਸਮਾਂ ਹੀ ਨਹੀਂ ਮਿਲਦਾ। ਹਰ ਕਿਸੇ ਨੇ ਇੱਥੇ ਪਸਾਰਾ ਪਸਾਰਨਾ, ਪਰ ਸੰਕੋਚ ਕੇ ਕੋਈ ਨਹੀਂ ਜਾ ਸਕਦਾ। ਇੱਥੋਂ ਖਿਲਰਾ ਰਹਿ ਜਾਏਗਾ ਸਾਰੇ ਦਾ ਸਾਰਾ ਪਸਾਰਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਬੜੇ ਕਮਾਲ ਦੇ ਕੀਤੇ। ਸ੍ਰੀ ਰਾਗ ਮਹੱਲਾ ਪੰਜਵਾਂ ਲਾਈਟ ਘਰ ਦੂਜਾ। ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਉਦਾਹਰਣ ਐਸਾ ਲਿਆ ਕਿ ਗਾਂ ਚਰਨ ਵਾਲੇ ਜਿਹੜੇ ਨੇ, ਲਾਈਟ ਚਲਾ ਲਓ, ਗਾਂ ਚਰਨ ਵਾਲੇ ਜਿਹੜੇ ਵੀ ਚਰਾਉਣ ਵਾਲੇ ਜਿਹਨੂੰ ਅਸੀਂ ਗੁੱਜਰ ਆਖਦੇ ਹਾਂ, ਉਹ ਜਦ ਆਪਣੇ ਗਾਵਾਂ ਦੇ ਮੱਝਾਂ ਦੇ ਕਾਫਲੇ ਨੂੰ ਲੈ ਕੇ ਤੁਰਦੇ ਨੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ,
ਤੇ ਰਸਤੇ ਦੇ ਵਿੱਚ ਜਦ ਉਹਨਾਂ ਨੂੰ ਕੋਈ ਘਾਹ ਵਾਲਾ ਮੈਦਾਨ, ਸੰਘਣਾ ਮੈਦਾਨ ਦਿਸਦਾ ਜਿੱਥੇ ਘਾਹ ਹੈ, ਹਰਿਆਵਲ ਹੈ, ਘੜੀ ਦੋ ਘੜੀ ਜਾਂ ਕੁਝ ਸਮਾਂ ਉਹ ਆਪਣੇ ਪਸ਼ੂਆਂ ਡੰਗਰਾਂ ਨੂੰ ਉੱਥੇ ਚਰਨ ਵਾਸਤੇ ਛੱਡ ਦਿੰਦੇ ਨੇ ਤੇ ਕੁਝ ਸਮਾਂ ਉੱਥੇ ਟਿਕ ਜਾਂਦੇ ਨੇ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਉਹ ਕਾਹਦੇ ਸਿਆਣੇ ਹੋਣਗੇ ਚਰਵਾਹ, ਜਿਨ੍ਹਾਂ ਨੇ ਆਪਣੇ ਪਸ਼ੂਆਂ ਡੰਗਰਾਂ ਨੂੰ ਕੁਝ ਚਿਰ ਵਸਤੀ ਇੱਥੇ ਚਰਵਾਉਣਾ ਹੈ ਤੇ ਉੱਥੇ ਹੀ ਉਹ ਘਰ ਬਣਾ ਲੈਣ, ਆਪਣਾ ਠਿਕਾਣਾ ਬਣਾ ਲੈਣ ਕਿ ਨਹੀਂ ਜੀ ਹੁਣ ਅੱਗੇ ਤੇ ਉਹਨਾਂ ਨੂੰ ਵਧਣਾ ਹੀ ਪੈਣਾ ਹੈ, ਕਿਉਂਕਿ ਰਾਤ ਹਨੇਰੀ ਪੈਣ ਵਾਲੀ ਹੈ। ਉਹਨਾਂ ਨੇ ਅੱਗੇ ਕੋਈ ਹੋਰ ਠਿਕਾਣਾ ਲੱਭਣਾ ਹੀ ਲੱਭਣਾ ਜਿੱਥੇ ਰਾਤ ਬਤੀਤ ਕਰਨੀ ਹੈ। ਰਾਤ ਬਤੀਤ ਕਰਕੇ 1-2 ਦਿਨ ਫਿਰ ਟਿਕ ਕੇ ਇਹਨਾਂ ਨੇ ਫਿਰ ਅੱਗੇ ਚੱਲਣਾ ਹੈ, ਕਦੀ ਨਦੀ ਦੇ ਕੰਢੇ, ਕਦੀ ਬਗੀਚਿਆਂ 'ਚ, ਕਦੀ ਬਾਗ, ਕਦੀ ਜੰਗਲ। ਇਹਨਾਂ ਦਾ ਸਫ਼ਰ ਸਦਾ ਹੀ ਤੁਰਿਆ ਰਹਿੰਦਾ ਹੈ। ਔਰ ਖ਼ਾਸ ਕਰਕੇ ਜਿਹੜੇ ਸਰਦੀ ਦੇ ਇਲਾਕੇ, ਪਹਾੜੇ ਦੇ ਇਲਾਕੇ ਦੇ ਜਿਹੜੇ ਗੋਇਲੀ ਹੁੰਦੇ ਨੇ, ਗਾਂ ਜਾਂ ਭੇਡਾਂ ਬੱਕਰੀਆਂ ਚਾਰਨ ਵਾਲੇ, ਉਹਨਾਂ ਦਾ ਸਫ਼ਰ ਤੇ 12 ਮਹੀਨੇ ਰਹਿੰਦਾ। ਸਰਦੀਆਂ ਹੁੰਦੀਆਂ ਨੇ ਉਹ ਥੱਲੇ ਵਾਲੇ ਇਲਾਕੇ 'ਚ ਆ ਜਾਂਦੇ ਨੇ ਪਹਾੜਾਂ ਤੋਂ, ਜਿੱਥੇ ਬਨਸਪਤੀ ਹੁੰਦੀ ਹੈ, ਘਾਹ ਹੁੰਦੀ ਹੈ, ਤੇ ਜਦ ਗਰਮੀ ਪੈਣੀ ਸ਼ੁਰੂ ਹੁੰਦੀ ਹੈ ਫਿਰ ਉਹ ਉੱਤੇ ਦੇ ਇਲਾਕੇ 'ਚ। ਇਵੇਂ ਉਹਨਾਂ ਦਾ ਸਫ਼ਰ ਚੱਲਦਾ ਰਹਿੰਦਾ। ਉਹਨਾਂ ਦਾ ਪੱਕਾ ਠਿਕਾਣਾ ਕੋਈ ਨਹੀਂ ਹੁੰਦਾ, ਬਸ ਕੱਚਾ ਹੀ ਠਿਕਾਣਾ ਹੁੰਦਾ। ਇਵੇਂ ਸਤਿਗੁਰੂ ਜੀ ਨੇ ਕਿਹਾ, ਬੰਦਾ ਤੇਰਾ ਠਿਕਾਣਾ ਵੀ ਇਹੀ ਹੈ ਕਿ ਤੂੰ ਜਿੰਨਾ ਮਰਜ਼ੀ ਪਸਾਰਾ ਕਰ ਲੈ। ਗੋਇਲ ਆਇਆ, ਗੋਇਲੀ, ਗੋਇਲ ਕਹਿੰਦੇ ਗਾਵਾਂ ਨੂੰ ਚਰਵਾਉਣ ਵਾਲੇ, ਗੋਇਲੀ ਆਖਦੇ ਹੈ ਗੁੱਜਰ ਨੂੰ, ਚਰਵਾਹ। ਕਿਆ ਤਿਸ ਡੰਫ ਪਸਾਰ, ਉਹ ਕਿਹੜਾ ਪਸਾਰਾ ਕਰੇ ਵਿਚਾਰਾ, ਜਿਹਨੇ ਰੁਕਣਾ ਹੀ। ਮੋਹਲਤ ਪੁੰਨੀ ਚੱਲਣਾ, ਤੂੰ ਸੰਮਲ ਘਰ ਬਾਰ। ਕਹਿੰਦੇ ਤੂੰ ਅਗਲੀ ਮੋਹਲਤ, ਅਗਲੇ ਸਮੇਂ ਤੁਰ ਪੈਣਾ, ਤੂੰ ਕਿਹੜਾ ਘਰ ਬਾਰ ਬਣਾਉਣ ਲੱਗਾ, ਤੂੰ ਅਸਲ ਆਪਣੇ ਨਿਜ ਘਰ ਦੀ ਸੋਝੀ ਕਰ। ਕਿੱਥੋਂ ਤੂੰ ਸੰਭਾਲ ਲੇਂਗਾ, ਕਿੰਨੇ ਚਿਰ 'ਤੇ ਤੂੰ ਪਸਾਰਾ ਕਰੇਂਗਾ, ਤੇ ਜਿੰਨੇ ਚਿਰ 'ਚ ਤੂੰ ਪਸਾਰਾ ਕਰੇਂਗਾ ਇੰਨੇ ਤੂੰ ਤੇਰਾ ਤੁਰਨ ਦਾ ਸਮਾਂ ਆ ਜਾਣਾ। ਬਸ ਮਨੁੱਖ ਦਾ ਵੀ ਸਾਰਾ ਜੀਵਨ ਪਸਾਰਨ 'ਚ ਹੀ ਲੱਗ ਜਾਂਦਾ। ਫਿਰ ਮਨੁੱਖ ਨੂੰ ਇਹ ਭਰਮ ਰਹਿ ਜਾਂਦਾ ਕਿ ਹੁਣ ਸੁੱਖ ਮਾਣਾਂਗਾ, ਹੁਣ ਸਬਰ ਨਾਲ ਟਿਕਾਂਗਾ, ਹੁਣ ਸ਼ਾਂਤੀ ਨਾਲ, ਹੁਣ ਵਿਸ਼ਰਾਮ ਕਰਾਂਗੇ। ਮਹਾਰਾਜ ਕਹਿੰਦੇ ਉਹ ਸਮਾਂ ਨਹੀਂ ਆਉਂਦੇ। ਤੂੰ ਸੰਮਲ ਘਰ ਬਾਰ, ਸੰਭਾਲਣਾ ਸੀ ਜਿਸ ਵੇਲੇ ਆਪਣੇ ਘਰ ਨੂੰ, ਆਪਣੇ ਥਾਂ ਨੂੰ, ਉਹ ਸੰਭਾਲਿਆ ਨਹੀਂ। ਇੰਨੇ ਨੂੰ ਮੋਹਲਤ ਪੁੰਨੀ ਚੱਲਣਾ। ਮੋਹਲਤ ਕਹਿੰਦੇ ਸਮਾਂ ਪੂਰਾ ਹੋ ਗਿਆ ਤੇ ਇਥੋਂ ਤੁਰਨਾ ਪੈਣਾ ਹੈ ਜੀ। ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ। ਕਿਆ ਥੋੜੜੀ ਬਾਤ ਗੁਮਾਨ ਰਹਾਉ। ਅੱਗੇ ਸਤਿਗੁਰ ਜੀ ਰਹਾਉ ਦੀ ਤੁਕਾਂ 'ਚ ਇਹ ਫਰਮਾਉਂਦੇ ਨੇ, ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ। ਮੇਰੇ ਮਨ, ਆ ਮੈਂ ਤੈਨੂੰ ਦੱਸਾਂ, ਇਸ ਪਸਾਰੇ ਦੇ ਵਿੱਚ ਵੀ ਤੂੰ ਆਪਣੇ ਜੀਵਨ ਨੂੰ ਸਫਲ ਕਰ ਸਕਦਾ ਹੈ। ਜੀਵਨ ਨੂੰ ਸਫਲ ਕਰਨ ਦਾ ਇੱਕੋ ਇੱਕ ਸਾਧਨ ਹੈ, ਹਰ ਗੁਣ ਗਾਓ ਮਨਾ। ਮੇਰੇ ਮਨ, ਪ੍ਰਭੂ ਦੇ ਗੁਣ ਗਾਓ, ਗਾਇਆ ਕਰ। ਸਤਿਗੁਰ ਸੇਵ ਪਿਆਰ। ਗੁਰਮੁਖਾਂ ਦੀ ਸੰਗਤ ਦੇ ਵਿੱਚ ਤੈਨੂੰ ਗੁਰੂ ਦੀ ਸੋਝੀ ਆਏਗੀ, ਔਰ ਗੁਰੂ ਦੀ ਸੰਗਤ ਕੀਤਿਆਂ, ਗੁਰੂ ਦੇ ਉਪਦੇਸ਼ਾਂ ਨੂੰ ਕਮਾਇਆ, ਤੈਨੂੰ ਘੱਟ ਘੱਟ ਵਿੱਚ ਵਸਿਆ ਪ੍ਰਭੂ ਦਿਸ ਪਏਗਾ। ਇਹ ਤਿੰਨੋਂ ਹੀ ਗੱਲ ਹੈ। ਪਹਿਲੇ ਗੁਰਮੁਖ ਨੇ, ਗੁਰਮੁਖ ਤੋਂ ਗੁਰੂ ਹੈ, ਗੁਰੂ ਤੋਂ ਫਿਰ ਪ੍ਰਭੂ ਹੈ। ਗੁਰਮੁਖਾਂ ਦੀ ਸੰਗਤ ਲਾਜ਼ਮੀ ਹੈ। ਇੱਥੋਂ ਗੁਰੂ ਦੀ ਸੋਝੀ, ਗੁਰੂ ਵਿੱਚ ਪਿਆਰ, ਸਤਿਗੁਰ ਦੇ ਨਾਲ ਪ੍ਰੇਮ ਬਣਦਾ ਹੈ। ਜੋ ਅਸੀਂ ਕਰ ਰਹੇ ਹਾਂ ਉਹ ਸਤਿਗੁਰੂ ਸੇਵ ਪਿਆਰ ਦੀ ਅਵਸਥਾ ਕਮਾਉਣ ਵਾਸਤੇ ਬੈਠੇ ਹਾਂ। ਫਿਰ ਕੀ ਹੋਏਗਾ? ਮਹਾਰਾਜ ਕਹਿੰਦੇ ਸਾਨੂੰ ਇਹ ਚੇਤਾ ਆਏਗਾ, ਇਹ ਪਤਾ ਲੱਗੇਗਾ ਕਿ ਕਿਆ ਥੋੜੜੀ ਬਾਤ ਗੁਮਾਨ, ਕਿਹੜੀ ਗੱਲ ਦਾ ਤੂੰ ਗੁਮਾਨ ਕਰੀ ਬੈਠਾ ਹੈ। ਕਿੰਨਾ ਕੁ ਸਮਾਂ ਤੇਰੇ ਕੋਲ ਹੈ ਕਿ ਪੂਰੇ ਸੰਸਾਰ ਦੇ ਵਿੱਚ ਤੂੰ ਥੋੜ੍ਹੀ ਇੱਕ ਥਾਂ 'ਤੇ, ਤੂੰ ਇੱਕ ਖਿੱਤੇ ਵਿੱਚ ਤੂੰ 4 ਲੋਕਾਂ 'ਤੇ ਪ੍ਰਭਾਵ ਪਾ ਸਕਦਾ। 10 'ਤੇ ਪਾ ਦੇ, ਹਜ਼ਾਰਾਂ 'ਤੇ ਪਾ ਦੇ, ਲੱਖਾਂ ਕਰੋੜਾਂ, ਕਿੰਨੇ ਕੁ ਪਾ ਸਕਦਾ। ਫਿਰ ਕਿੱਥੇ ਨਾ ਕਿੱਥੇ ਤੂੰ ਇਕੱਲਾ ਹੈ, ਪਛਾਣਿਆ ਨਹੀਂ ਜਾਏਗਾ। ਕਈ ਥਾਵਾਂ 'ਤੇ ਐਸਾ ਹੈ ਜਿੱਥੇ ਕੋਈ ਨਹੀਂ। ਇਹ ਬੰਦੇ ਨੂੰ ਭੁਲੇਖਾ ਹੈ ਕਿ ਮੈਂ ਸਾਰੀ ਧਰਤੀ 'ਤੇ ਹੀ ਪਛਾਣਿਆ ਜਾਵਾਂ, ਇਹ ਕਦੀ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਫਿਰ ਤੂੰ ਥੋੜ੍ਹੀ ਬਾਤ ਰੱਬ ਦੇ, ਪ੍ਰਭੂ ਦੀ ਇਸ ਪਸਾਰੇ ਦੇ ਅੱਗੇ ਤੂੰ ਸਿਰਫ ਝੂਠਾ ਗੁਮਾਨ ਕਰ ਰਿਹਾ। ਇਹ ਥੋੜ੍ਹੇ ਦਿਨਾਂ ਦੀ ਤੇਰੀ ਬਾਤ ਹੈ, ਤੂੰ ਇੱਥੋਂ ਅੱਗੇ ਤਿਆਰੀ ਕਰਨੀ ਹੈ, ਜਾਣਾ ਹੈ। ਰਹਾਉ ਜੈਸੇ ਰਹਿਣ ਪਰਾਉਣੇ, ਉਠ ਚਲ ਸਹਿ ਪ੍ਰਭਾਤ। ਕਿਆ ਤੂੰ ਰੱਤਾ ਗ੍ਰਸਤ ਸਿਉ, ਸਭ ਫੁੱਲਾਂ ਕੀ ਬਾਗਾਤ। ਜੈਸੇ ਰਹਿਣ ਪਰਾਉਣੇ, ਪ੍ਰਾਹੁਣੇ ਆਏ ਘਰ, ਰਾਤ ਰੁਕੇ, ਉੱਠ ਚੱਲ ਸੈਂ ਪ੍ਰਭਾਤ। ਉਹਨਾਂ ਨੇ ਸਵੇਰੇ ਉੱਠ ਕੇ ਭਲਕੇ ਤੁਰਨਾ ਆਪਣੇ ਆਪਣੇ ਕੰਮਾਂ, ਆਪਣੇ ਆਪਣੇ ਘਰਾਂ ਨੂੰ ਵਾਪਸੀ।
इस तरह सतगुरु जी कहते क्या तू रत्ता गृहस्थ स्यों, गृहस्थ का पसारा पसार रहा ठीक है, पर तू रत्ता ना जा इन्हां गृहस्थ दे विच। गृहस्थ विच प्रभु का सिमरन भी कर, अपने निज घर की सोझी भी लै। गृहस्थ परिवारां दे नाल ये सोच जिहड़ी गुरु ने बख्शी है ना, बड़ी सुहिरद सोच बख्शी है कि सतगुरु जी कहते पवित होए से जना जिनी हर ध्याया पवित होए गुरमुख जिनी ध्याया, पवित माता पिता कुटुंब सहित स्यों पवित संगत सभाइया। अपने जीवन नूं तू सफल कर, क्या तू रत्ता गृहस्थ स्यों। जे कल्ले असी गृहस्थ विच ही जी रहे हैं कि बहु पर पंच कर पर धन लियावै, सुत दारा पह आन लुटावै, मन मेरे भूले कपट ना कीचै, अंत निबेरा अपने तेरे जी पै लीजै। बस महाराज जी कहते कि निबेड़ा होने वाला तेरा, ते तैनूं पुछया जाएगा। और इसी गल नूं सतगुरु जी ने बारंबार समझाया कि ये जिहड़ा संसार है इत्थे गुमान करन दी लोड़ नहीं। क्या तू रत्तां गृहस्थियों सब फुल्लां दी बागात। भाई गुरदास जी का एक बचन बड़ा प्यारा, जिन्हों असी भुलेखे नाल दिवाली की रात विच ये समझ के गा लें, पढ़ लें कि शायद ये दिवाली वास्ते आख्या, पर ये विच 4 उदाहरण ले ने। पहला उदाहरण ये लिया कि जिमें दिवाली की रात दीवे बाले जाते हैं, 4 घंटे तो वध दीवा नहीं बल सकता, 3 घंटे 4 वध तो वध 5 बलेगा, तेल मुकिया तो दीवा बुझ गया। और इसी तरह जिन्ने तारे असी आसमान विच वेख रहे हैं, जिन्ना चिर तक सूरज नहीं चढ़िया तारे दिसणगे, सूरज ने चढ़ना ही चढ़ना तो तारे दिसने बंद हो जाएंगे। तीसरा उदाहरण फुल अज दिस रहे ने, आ जिन्ने तुहाडे सामने जिहड़े फुल ने अज खिड़े हुए ने, कल भलके इन्होंने सुक जाना, फिर ये गारबेज विच ही होणगे। सच्ची साडा हाल भी यही है। महाराज कहते कि जिस दिन ये जीओ निकल गया ना अंदरों, फिर उस दिन तो काडो काडो होई वाला सच है, कोई नहीं इत्थे बात पूछण वाला। चौथा उदाहरण लिया, तीर्थ स्थानां ते कोई जांदा है ना 2 4 5 दिन बस इन्ना क जांदा है, वो कहंदा चलीए हुण वापस। तीर्थां ते रौनकां लगदियां ने, बंदे रौनकां देख देख के चले जाते, तीर्थां ते वसदे नहीं। इसी तरह दीवाली दी रात दीवे बालीअन, तारे जात सनात अंबर भालीअन, फुल्लां दी बागात चुन चुन चालीअन, तीरथ जाति जात नैण निहालीअन, हर चंदोरी झात वरसाए उचालीअन। ये सब फना होने वाला जिसदा हर चंदोरा संसार, ये सब झूठ है, ये बदल दी न्याई है, बस ये चला जाएगा। इस करके सतगुरु जी कहते जो सदा रहने वाला है, गुरमुख सुख फल दात शब्द संभालियन। गुरु के सन्मुख बैठ के शब्द की कमाई कर, यही कमाई गृहस्थ विच भी कर, कम काज करदियां यही निभण वाला है। इस तो बिना सब कुछ महाराज जी कहते सब फुल्लां दी बागात, फुल्लां की बागात, फुल्लां दी बागात की तरह कल नूं सब सुक जाएगा जी। मेरी मेरी क्या कर है, जिन दिया सो प्रभ लोड़, सर पर उठी चलना छड़ जासी लाख करोड़। सर पर का मतलब है अंतम सच, 100% जिन्हों क्या ये तो बाकी सब कुछ असी परसैप्शन कर सकते हैं, पर मौत बारे परसैप्शन नहीं होता। अपना अपना परसैप्शन, या असी कहते हैं प्रिडिक्शन कर सकते हैं चीज़ों बारे। मेरी परसैप्शन किसी चीज़ लिए वखरी हो सकती है, तुहाडी वखरी हो सकती है, तुहाडा नज़रिया वखरा है, पर मौत का की नज़रिया, मौत तो एको ही है सारिਆਂ ਲਈ। ਉਹਦਾ परसैप्शन तो ना प्रिडिक्शन की जा, हर चीज़ की प्रिडिक्शन हो सकती है, ये काम होएगा ਜਾਂ नहीं होएगा, पर महाराज कहते मरना तो है ना भाई, ये सच है। मेरी मेरी क्या कर है, जिन दिया सो प्रभ लोड़, जिन्ना समा मिलिया प्रभु नूं चेते करिए, एक मन होके ते आइए। जे कोई अल्लाह अल्लाह कह के 5 वक्त का नमाजी है, फिर दिल दे विच वो खुदा दे दीदार की गल करे। जे कोई समूह सारिया शक्तियां नूं छड्ड के एक प्रभु दे, ये नहीं खिंडी हुई नहीं, एक प्रभु दे सिमरन, भावें वो सनातनी हिंदू है, एक प्रभु एक रब दे सिमरन विच जुड़ रहा है, प्रभु दे दीदार लई उहदा जीवन सफल है। कोई क्रिश्चन है जे वो एक गॉड एक रब अपने खसम सच्चे पिता परवरदिगार नूं दिलों ते आ रहा है, वह भी परवान है। तो गुरु के सिखा तेरा तां परवान है जब तू मन नूं गुरु अगे समर्पण करके ते प्रभु दे दीदार दी तांग रखेगा। अपनी शक्ति नूं खिंडण ना दे। मेरी मेरी क्या कर है, जिन दिया सो प्रभ लोड़, लभ उन्हों सर पर उठी चलना छड़ जासी लख करोड़। लखां करोड़ां इत्थे छड़ के जांदे वेख रहे हैं,
ਅਸੀਂ ਵੀ ਛੱਡ ਕੇ ਜਾਣਾ। ਜੋ ਕੁਝ ਅਸੀਂ ਇੱਥੇ ਇਕੱਠਾ ਕੀਤਾ ਹੈ, ਇੱਥੇ ਨਾਲ ਜੋ ਨਿਭੇਗਾ ਉਹ ਪ੍ਰਭੂ ਦਾ ਨਾਮ ਹੈ ਜੀ। 184 ਭ੍ਰਮ ਤਿਆ ਦੁਲਭ ਜਨਮ ਪਾਇਓ ਏ। ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ। ਲੱਖਾਂ 84 ਦੇ ਗੇੜ ਤੋਂ ਬਾਅਦ ਇਹ ਮਨੁੱਖਾ ਜਨਮ ਮਿਲਿਆ ਜਿਹੜਾ ਦੁਲੰਭ ਹੈ। 184 ਭ੍ਰਮਤਿਆਂ ਦੁਲਭ ਜਨਮ ਪਾਇਓ। ਦੁਲਭ ਦਾ ਮਤਲਬ ਹੈ ਦੁਲੰਭ, ਬੜਾ ਮਹਿੰਗਾ ਹੈ। ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ। ਉਹ ਨੇੜਾ ਆਉਣ ਲੱਗਾ ਸਾਡੇ ਦਿਨ, ਜਿਸ ਦਿਨ ਅਸੀਂ ਇੱਥੋਂ ਰੁਖਸਤ ਕਰਨਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਸਿੱਧਨਹਾਰਾ ਸਿਵਰੀਐ ਨਾਨਕ ਸੇ ਦੇਹ ਆਵਨ। ਉਹ ਦਿਨ ਸਭ ਦਾ ਵਾਰੋ ਵਾਰੀ ਆਪਣਾ ਆਪਣਾ ਆਣਾ ਹੈ ਜੀ। ਸ੍ਰੀ ਰਾਗ ਮਹਿਲਾ ਪੰਜਵਾ ਤਿਚਰ ਵਸਹਿ ਸੁਹੇਲੜੀ ਜਿਚਰ ਸਾਥੀ ਨਾਲ। ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ। ਜਿੰਨਾ ਚਿਰ ਤੱਕ ਆਤਮ ਰੂਪ ਭੌਰਾ ਇਸ ਸਰੀਰ ਦੇ ਨਾਲ ਹੈ, ਸੰਗ ਹੈ, ਤੇ ਸਭ ਕੁਝ ਜਿਉ ਜਿਉ ਹੈ। ਜਿਸ ਦਿਨ ਇਸ ਭੌਰੇ ਨੇ ਉਡਾਰੀ ਮਾਰਤੀ, ਫਿਰ ਇਹ ਖਾਕ ਹੀ ਹੈ, ਸਰੀਰ ਮਿੱਟੀ ਹੈ। ਸ੍ਰੀ ਰਾਗ ਮਹੱਲਾ ਪੰਜਵਾਂ ਤਿਚਰ ਵਸੈ ਸੁਹੇਲੜੀ। ਉਹਨਾਂ ਚਿਰ ਹੀ ਇਹ ਜਿੰਦ ਸੁੱਖ ਮਾਣਦੀ ਹੈ, ਇਹ ਦੇਹੀ ਸੁੱਖ ਮਾਣਦੀ ਹੈ, ਵਸੀ ਰਹਿੰਦੀ ਹੈ। ਜਿਚਰ ਸਾਥੀ ਨਾਲ, ਆਤਮ ਜੋਤ ਰੂਪ ਸਾਥੀ ਇਹਦੇ ਨਾਲ ਹੈ। ਜਾਂ ਸਾਥੀ ਉੱਠੀ ਚਲਿਆ ਤਾਂ ਧਨ ਖਾਕੂ ਰਾਲ। ਜਿਸ ਦਿਨ ਇਹ ਆਤਮ ਰੂਪ ਸਾਥੀ ਇਸ ਦੇਹੀ ਵਿੱਚੋਂ ਵਿਛੋੜਾ ਕਰ ਗਿਆ ਨਾ, ਫਿਰ ਇਹ ਧਨ ਜਿਹੜਾ ਹੈ, ਇਹ ਸਰੀਰ ਜਿਹੜਾ ਜੀਵਨ, ਧਨ ਦਾ ਮਤਲਬ ਹੈ ਸਾਰਾ ਸਰਮਾਇਆ, ਜਿੰਨਾ ਵੀ ਇਕੱਲਾ ਸਰੀਰ ਨਹੀਂ, ਜਿੰਨਾ ਕੁ ਸਾਡੇ ਆਲੇ ਦੁਆਲੇ ਜੋ ਕੁਝ ਸਾਡੇ ਨਾਲ ਜੁੜਿਆ ਹੋਇਆ, ਇਹ ਸਭ ਸਾਡੇ ਲਈ ਖਾਕ ਹੈ, ਤੇ ਤਨ ਨੇ ਵੀ ਖਾਕ ਵਿੱਚ ਰਲ ਜਾਣਾ ਹੈ ਜੀ। ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ। ਧਨ ਸੋ ਤੇਰਾ ਥਾਨ ਰਹਾਉ। ਵਡਭਾਗੇ ਨੇ ਉਹ ਮਨ ਜਿਨ੍ਹਾਂ ਦੇ ਅੰਦਰ ਪ੍ਰੇਮ ਵਿਰਾਗ ਪੈਦਾ ਹੋਇਆ, ਪ੍ਰਭੂ ਦੇ ਦੀਦਾਰ ਦਾ ਜੀਵਨ ਵਿੱਚ ਰਹਿੰਦੇ ਆ। ਨਹੀਂ ਤੇ ਇਸ ਜੀਵਨ ਵਿੱਚ ਕਦੀ ਪ੍ਰਭੂ ਦੇ ਦੀਦਾਰ ਦਾ ਕਿਸੇ ਦੇ ਬਿਰਲੇ ਦੇ ਅੰਦਰ ਹੀ ਇਹ ਚਾਉ ਪੈਦਾ ਹੁੰਦਾ ਹੈ। ਨਹੀਂ ਤੇ ਇਹ ਸਮਾਂ ਲੰਘ ਜਾਂਦਾ ਹੈ, ਬੰਦਾ ਪਛਤਾਉਂਦਾ ਹੈ ਕਿ ਸਾਰੀ ਉਮਰ ਇਸ ਜੀਵਨ ਨੂੰ ਮੈਂ ਐਵੇਂ ਵਿਅਰਥ ਗਵਾਤਾ। ਆਇਆ ਤੇ ਪ੍ਰਭੂ ਦੇ ਗੁਣ ਕਮਾਉਣ ਵਾਸਤੇ ਸੀ। ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਓ। ਬਿਰਲੇ ਦੇ ਅੰਦਰ ਪ੍ਰੇਮ ਤੇ ਬੈਰਾਗ ਪੈਦਾ ਹੁੰਦਾ ਹੈ। ਬੈਰਾਗ ਕਿਸ ਚੀਜ਼ਾਂ ਤੋਂ? ਦੁਨੀਆ ਦੇ ਝੂਠੇ ਪਸਾਰੇ ਤੋਂ ਉੱਚਾ ਉੱਠਣਾ, ਮਨ ਦੀ ਬਿਰਤੀ ਅੱਕ ਜਾਣੀ ਇਸ ਪਸਾਰੇ ਤੋਂ। ਇਹ ਅਕਿਆ ਉਹ ਨਹੀਂ ਕਿ ਜਿਹੜਾ ਕੋਈ ਬੌਰਾ ਪਾਗਲ ਹੋ ਜਾਂਦਾ, ਇਹ ਅਕਿਆ ਸੱਚੀ ਮੁੱਚੀ ਜਾਣ ਲੈਂਦਾ ਕਿ ਇਹ ਰਸ ਸਭ ਫਿੱਕੇ ਨੇ। ਨਾਮ ਦਾ ਰਸ ਹੀ ਮਿੱਠਾ ਹੈ। ਧਨ ਸੋ ਤੇਰਾ ਥਾਨ, ਉਹ ਹਿਰਦਾ ਧਨ ਹੈ ਜਿਹਦੇ ਪ੍ਰਭੂ ਦਾ ਨਾਮ ਤੇ ਪ੍ਰਭੂ ਦੀ ਪਿਆਸ ਹੈ। ਉਹ ਥਾਨ ਜੇ ਬਾਹਰ ਦੀ ਥਾਨ ਚੰਗਾ ਜਿਹਨੂੰ ਅਸੀਂ ਕਹਿੰਦੇ ਹਾਂ, ਤੇ ਉਹ ਹਿਰਦੇ ਦਾ ਥਾਨ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ। ਉਹ ਥਾਨ ਚੰਗਾ ਜਿਸ ਹਿਰਦੇ ਵਿੱਚ ਪ੍ਰਭੂ ਦੀ ਪਿਆਸ ਹੈ ਜੀ। ਰਹਾਉ ਜਿਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ। ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਜਿਚਰ ਵਸਿਆ ਕੰਤ ਘਰ, ਆਤਮ ਕੰਤ ਹੀ ਹੈ, ਪ੍ਰਭੂ ਰੂਪ ਹੈ। ਅਸੀਂ ਕਹਿੰਦੇ ਰੱਬ ਕਿੱਥੇ ਹੈ? ਇਹ ਬੋਲ ਰਹੇ ਹਾਂ ਰੱਬ ਹੀ ਹੈ, ਸੁਣ ਰਹੇ ਹਾਂ ਇਹ ਪ੍ਰਭੂ ਹੀ ਹੈ। ਸਾਡੇ ਅੰਦਰ ਹੀ ਸੁਣ ਰਿਹਾ ਬੈਠ ਕੇ, ਸਾਡੇ ਅੰਦਰ ਹੀ ਬੋਲ ਰਿਹਾ, ਸੋਚ ਰਿਹਾ, ਉਹੀ ਕਰ ਰਿਹਾ ਸਭ ਕੁਝ। ਜਿਚਰ ਵਸਿਆ ਕੰਤ ਘਰ, ਇਸ ਹਿਰਦੇ 'ਚ ਜਦ ਤੱਕ ਵਾਹਿਗੁਰੂ ਹੈ ਨਾ, ਉਹਦੀ ਜੋਤ ਹੈ। ਜੀਓ ਜੀਓ ਸਭ ਕਹਾਤ, ਜੀ ਜੀ ਕਹਿਣਗੇ ਗੁਣਾਂ ਨੂੰ, ਕਿਉਂਕਿ ਗੁਣ ਤੇ ਪ੍ਰਭੂ ਦੇ ਨੇ ਨਾ, ਉਹਨੇ ਹੀ ਗੁਣ ਦਿੱਤੇ ਨੇ, ਉਹੀ ਗੁਣਾਂ ਦਾ ਪ੍ਰਗਟਾਵਾ ਕਰ ਰਿਹਾ, ਤੇ ਸਾਰੇ ਜੀ ਜੀ ਆਖਣਗੇ। ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ। ਜਿੰਨੇ ਰਿਸ਼ਤੇ ਸੀ ਸਭ ਖਤਮ ਹੋ ਗਏ, ਬਸ ਸਰੀਰ ਹੀ ਹੋ ਗਿਆ ਜੀ, ਬੋਡੀ ਹੋ ਗਈ। ਫਿਰ ਤੇ ਨਾਮ ਸਭ ਭੁੱਲ ਗਏ। ਬਸ ਫਿਰ ਮਹਾਰਾਜ ਜੀ ਕਹਿੰਦੇ ਆ ਇਹ ਕੰਤ, ਇਸ ਭਾਵ ਜੋਤ ਇਸ ਸਰੀਰ ਵਿੱਚੋਂ ਨਿਕਲੀ, ਕੋਈ ਫਿਰ ਗੱਲਬਾਤ ਪੁੱਛਣ ਵਾਲਾ ਨਹੀਂ ਹੈ। ਬਸ ਅਗਲੀ ਤਿਆਰੀ ਹੁੰਦੀ ਹੈ, ਛੇਤੀ ਕੱਢਣ ਦੀ ਗੱਲ ਹੁੰਦੀ ਹੈ ਜੀ। ਪਿੰਜੜੈ ਸੋਹ ਸੇਵ ਤੂੰ ਸਾਹੁਰੜੈ ਸੁਖ ਵਸ।
ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ। ਨੂੰਹ ਰਾਣੀ ਉਹੀ ਚੰਗੀ ਹੁੰਦੀ ਹੈ ਜਿਹੜੀ ਆਪਣੇ ਮਾਂ ਦੇ ਘਰੋਂ ਪਿਓ ਦੇ ਘਰੋਂ ਕੁਝ ਚੰਗੇ ਗੁਣ ਸਿੱਖ ਕੇ ਆਏ। ਤੇ ਜੇ ਗੁਣ ਹੀ ਨਹੀਂ ਸਿੱਖੇ ਤੇ ਉਹਨੇ ਸਹੁਰੇ ਘਰ ਦੇ ਵਿੱਚ ਕਿਹੜੇ ਗੁਣਾਂ ਦਾ ਪ੍ਰਗਟਾਵਾ ਕਰਨਾ ਹੈ। ਇਸੀ ਤਰ੍ਹਾਂ ਤੇ ਇਹ ਜੀਵ ਆਤਮਾ ਇਸ ਘਰ, ਇਹ ਦੇਖੋ ਇਹ ਸਾਡਾ ਪੇਕਾ ਘਰ ਹੈ ਤੇ ਸਹੁਰਾ ਘਰ ਹੈ ਸਾਡਾ ਪਰਲੋਕ, ਜਿਹਨੂੰ ਅਸੀਂ ਕਹਿੰਦੇ ਹਾਂ। ਨਹੀਂ ਜੀ, ਲੋਕ ਤੇ ਉਹ ਹੈ, ਪਰਲੋਕ ਤੇ ਇਹੀ ਹੈ, ਸੱਚ ਹੈ। ਇੱਥੇ ਕੋਈ ਚੰਗੇ ਗੁਣ ਕਮਾਏ ਹੋਣਗੇ ਤੇ ਪ੍ਰਭੂ ਦੀ ਦਰਗਾਹ 'ਚ ਪ੍ਰਵਾਨ ਹੋਵਾਂਗੇ। ਪਈ ਅੜੈ ਸ਼ਾਹੋ ਸੇਵ ਤੂੰ। ਅਸੀਂ ਕਹਿੰਦੇ ਮਰਨ ਤੋਂ ਬਾਅਦ ਸਵਰਗ ਹੈ, ਮਰਨ ਤੋਂ ਬਾਅਦ ਦੇਖਾਂਗੇ ਨਾ, ਸਭ ਕੁਛ ਇੱਥੇ ਹੀ ਹੈ ਭਾਈ। ਇੱਥੇ ਪ੍ਰਭੂ ਦਾ ਸਿਮਰਨ ਤੇ ਚੰਗੇ ਗੁਣ ਕਮਾਓ। ਪਈ ਅੜੈ ਸ਼ਾਹੋ ਸੇਵ ਤੂੰ, ਸਾਹੋ ਰੜੈ ਸੁਖ ਵਸ। ਤੇ ਪ੍ਰਭੂ ਦੇ ਘਰ ਜਾ ਕੇ ਤੂੰ ਸੁਖੀ ਵਸੇਂਗਾ। ਗੁਰ ਮਿਲ ਚੱਜ ਆਚਾਰ ਸਿੱਖ, ਗੁਰੂ ਨੂੰ ਮਿਲ ਕੇ ਸੰਗਤ ਦੇ ਵਿੱਚ ਬਹਿ ਕੇ ਕੋਈ ਚੱਜ ਕੋਈ ਆਚਾਰ, ਇਹ ਆਚਾਰ ਦਾ ਮਤਲਬ ਹੈ ਐਥੀਕਲ ਵੇ ਆਫ ਲਾਈਫ, ਕੋਈ ਐਟੀਕੇਟ ਜਿਹਨੂੰ ਅਸੀਂ ਕਹਿੰਦੇ ਹਾਂ, ਕੋਈ ਸਬਰ ਸੰਤੋਖ, ਕੋਈ ਖਿਮਾ ਦਾ ਗੁਣ, ਕੋਈ ਨਿਵਣ ਦਾ ਗੁਣ। ਜੇ ਗਲਤੀ ਹੋ ਵੀ ਜਾਏ ਤੇ ਗਲਤੀ ਮੰਨਣ ਦੇ ਵਿੱਚ ਸਭ ਤੋਂ ਵੱਡੀ ਚੰਗਿਆਈ ਹੁੰਦੀ ਹੈ। ਮਾਫੀ ਮੰਗਣੀ ਕੋਈ ਪਾਪ ਬੋਝ ਨਹੀਂ ਹੁੰਦਾ, ਕੋਈ ਨੀਵਾਂਪਣ ਨਹੀਂ ਹੁੰਦਾ। ਖਿਮਣ ਗੁਣ, ਕਿਸੇ ਦੀ ਹੋਂਦ ਨੂੰ ਬਰਦਾਸ਼ਤ ਕਰਨਾ ਵੀ ਸਿੱਖਣਾ ਚਾਹੀਦਾ। ਇਹ ਪ੍ਰਭੂ ਕਰਤਾਰ ਦੀ ਬਣਾਈ ਹੋਈ ਇਹ ਸਾਰੀ ਨਿਯਮਾਵਲੀ ਹੈ ਭਾਈ, ਇਹ ਸਾਰੀ ਬਗੀਚਾ ਹੈ ਉਹਦਾ। ਇਹ ਗੁਣ ਸਿੱਖਣੇ ਪੈਣਗੇ ਪ੍ਰਭੂ ਕੋਲੋਂ। ਗੁਰਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ। ਫਿਰ ਤੂੰ ਦੁਖੀ ਨਹੀਂ ਹੋਏਗਾ ਜੇ ਚੱਜ ਆਚਾਰ ਸੱਚੋ ਔਰ ਸਭ ਕੋ ਉੱਪਰ ਸੱਚ ਆਚਾਰ, ਚੰਗੇ ਗੁਣ ਆਚਾਰ ਨੇ ਇਹ ਸਿੱਖ ਤੂੰ, ਫਿਰ ਤੂੰ ਦੁਖੀ ਨਹੀਂ ਹੈ ਜੀ। ਸਭਨਾ ਸਾਹੁਰੇ ਵੰਜਣਾ, ਸਭ ਮੁਖ ਲਾਵਣ ਹਾਰ। ਨਾਨਕ ਧਨ ਸੁਹਾਗਣੀ, ਜਿਨ ਸ਼ਹਿ ਨਾਲ ਪਿਆਰ। ਸਭਨਾ ਸਾਹੁਰੇ ਵੰਜਣਾ, ਹੁਣ ਇਹੀ ਗੱਲ ਹੈ ਨਾ ਪ੍ਰੈਡਿਕਸ਼ਨ ਵਾਲੀ, ਕਿ ਨਹੀਂ ਜਾਣਾ ਹੈ, ਨਹੀਂ ਜਾਣਾ, ਹੋਣਾ ਹੈ, ਨਹੀਂ ਹੋਣਾ। ਮਰਨਾ ਤੇ ਸਭ ਨੇ ਆ ਭਾਈ, ਮਰਨਾ ਮੁੱਲਾ ਮਰਨਾ ਭੀ ਕਰਤਾਰੋਂ ਡਰਨਾ। 100 ਦਿਨ ਆਵਨ ਲਾਗਾ, ਮਹਾਰਾਜ ਜੀ ਨੇ ਕਿਹਾ ਉਹ ਨੇੜੇ ਹੀ ਹੈ। ਇਸ ਕਰਕੇ ਸਭਨਾ ਸਾਹੁਰੇ ਵੰਜਣਾ, ਵੰਜਣਾ ਦਾ ਮਤਲਬ ਜਾਣਾ। ਵੰਜਾਂਗੇ ਸਾਰੇ ਜਾਵਾਂਗੇ, ਆਪਣੀ ਆਪਣੀ ਵਾਰੀ ਸਭ ਨੇ ਤੁਰਨਾ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ, ਤੇਲ ਦੇਹੋ ਸਜਨ ਆਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇ। ਅਗਲਾ ਬਚਨ ਹੈ ਘਰ ਘਰ ਇਹੋ ਪਹੁੰਚਾ। ਹਰ ਘਰ ਦੇ ਵਿੱਚ ਇਹ ਸੱਦਾ ਹੈ। ਇਹ ਤੇ ਸਭ ਨੇ ਹੈ। ਜਿਤ ਦਿਹਾੜੇ ਧਨਵਰੀ, ਸਾਹੇ ਲਏ ਲਿਖਾਏ। ਮਲਕ ਜੇ ਕੰਨੀ ਸੁਣੀ ਦਾ, ਮੂੰਹ ਦਿਖਾਲੇ ਆਏ। ਜਿੰਦ ਨਿਮਾਣੀ ਕੱਢੀਐ, ਹੱਡਾਂ ਕੂੰ ਕੜਕਾਏ। ਬਸ ਇਹ ਗੱਲ ਸੱਚ ਹੈ। ਬਾਬਾ ਫਰੀਦ ਵੀ ਕਹਿੰਦੇ ਕਿ ਜਿਹੜਾ ਜਿਹੜਾ ਦਿਨ ਜਿਹਦਾ ਨੀਅਤ ਹੈ ਨਾ, ਜਿਹਦੇ ਸਿਰ ਤੇ ਪਹੁੰਚਾ ਤਰੀਕ, ਇਹ 3 ਚੀਜ਼ਾਂ ਨੀਅਤ ਹੁੰਦੀਆਂ ਵਿਆਹ ਦੀਆਂ। ਬਈ ਵੈਨਿਊ ਕੀ ਹੈ? ਵੈਨਿਊ ਸਭ ਤੋਂ ਪਹਿਲਾਂ ਹੁੰਦਾ ਜੀ ਵਿਆਹ ਕਿੱਥੇ ਹੋ ਰਿਹਾ, ਪਾਰਟੀ ਕਿੱਥੇ ਹੋਏਗੀ। ਤੇ ਵੈਨਿਊ ਤੋਂ ਬਾਅਦ ਜਿਹੜੀ ਦੂਸਰੀ ਚੀਜ਼ ਹੈ ਜੀ ਦਿਨ ਕਿਹੜਾ, ਤਰੀਕ ਕਿਹੜੀ ਹੈ, ਕਿ ਕਿਹੜੇ ਦਿਨ ਤੇ ਕਿਹੜੀ ਤਰੀਕ। ਤੇ ਫਿਰ ਉਸ ਤਰੀਕ ਦਿਨ ਦੇ ਵਿੱਚ ਸਮਾਂ ਕਿਹੜਾ, ਜਿਸ ਸਮੇਂ ਦੇ ਵਿੱਚ ਤੁਹਾਡੇ ਕਾਰਜ ਹੋਣਗੇ। ਬਈ ਸਮਾਂ ਲਿਖਿਆ ਜਾਂਦਾ ਨਾ ਕਿ ਬਈ ਇਹ ਫਲਾਣਾ, ਸਭ ਤੋਂ ਪਹਿਲਾਂ ਲਿਖਿਆ ਜਾਂਦਾ ਡੇ, ਫਰਾਈਡੇ ਹੈ, ਸੈਟਰਡੇ ਹੈ, ਸੰਡੇ ਹੈ। ਫਿਰ ਲਿਖਿਆ ਜਾਂਦਾ ਟਾਈਮ, ਵੀ 12 ਤੋਂ 1 ਟਾਈਮ ਹੋਏਗਾ, 1 ਤੋਂ 2 ਇਹ ਹੋਏਗਾ, ਤੇ ਫਿਰ ਇੰਨੀ ਡੋਲੀ ਹੈ, ਫਿਰ 5-6 ਵਜੇ। ਬਿਲਕੁਲ ਇਹੀ ਗੱਲ ਸਾਹਾ ਵਿੱਚ ਲਿਖੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਨੇ ਇਹੀ। ਤੇ ਤੀਸਰਾ ਹੁੰਦਾ ਵੈਨਿਊ। 3 ਚੀਜ਼ਾਂ ਇਕੱਠੀਆਂ ਹੋ ਗਈਆਂ ਨਾ, ਅਸੀਂ ਇੱਥੋਂ ਚਲੇ ਜਾਣਾ। ਮਰਨ ਵਾਸਤੇ 3 ਚੀਜ਼ਾਂ ਇਕੱਠੀਆਂ ਹੁੰਦੀਆਂ। ਇੱਕ ਵੈਨਿਊ ਹੁੰਦਾ, ਇੱਕ ਉਹ ਦਿਨ ਹੁੰਦਾ, ਤੇ ਦਿਨ ਦਾ ਉਹ ਸਮਾਂ ਹੁੰਦਾ। ਇਹ ਤਿੰਨੋਂ ਚੀਜ਼ਾਂ ਇਕੱਠੀਆਂ ਨੇ। ਸਭਨਾ ਸਹੁਰੇ ਵੰਜਣਾ ਵਿਆਹ ਦਾ ਉਦਾਹਰਣ ਇਸ ਕਰਕੇ ਲਿਆ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ। ਜਦ ਅਸੀਂ ਪੜ੍ਹਦੇ ਹਾਂ ਨਾ ਕਿ ਇਹ ਸਾਰਾ ਵਿਆਹ ਦਾ ਹੀ ਤੇ ਉਦਾਹਰਣ ਹੈ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ, ਤੇਲ ਦੇਹੋ ਸਜਨ ਆਸੀਸਣੀਆਂ ਜੋ ਹੋਵੈ ਸਾਹਿਬ ਸਿਉ ਮੇਲ। ਸਿਰ 'ਚ ਤੇਲ ਪਾਇਆ ਜਾਂਦਾ ਕੁੜੀ ਦੇ ਇੱਕ ਰਾਤ ਪਹਿਲਾਂ, ਮਾਈਏ ਗਾਏ ਜਾਂਦੇ ਨੇ। ਬਸ ਇਹੀ ਹੈ। ਸਭਨਾ ਸਹੁਰੇ ਵੰਜਣਾ, ਸਭ ਮੁਕਲਾਵਣ ਹਾਰ। ਮੁਕਲਾਵਾ, ਸਭ ਦਾ ਮੁਕਲਾਵਾ ਹੋ ਗਿਆ। ਪਹਿਲੇ ਪਿੰਡਾਂ ਦੇ ਵਿੱਚ ਨਾ 20-20 ਸਾਲ ਪਹਿਲਾਂ ਹੀ ਮੁਕਲਾਵੇ ਹੋ ਜਾਂਦੇ ਸੀ। ਪੁਰਾਣੇ ਸਮੇਂ ਦੇ ਵਿੱਚ ਨਿੱਕੇ ਬੱਚਿਆਂ ਦੇ ਹੀ ਕਹਿ ਦਿੰਦੇ ਸੀ ਬਈ ਇਹ ਤੇਰੀ ਕੁੜੀ ਚੰਗੀ ਹੈ, ਮੇਰਾ ਵੀ ਬੇਟਾ ਹੋ ਗਿਆ, ਇਸ ਤਰ੍ਹਾਂ ਕਰਾਂਗੇ, ਮੁਕਲਾਵਾ ਲੈ ਲੈਂਦੇ ਹਾਂ ਬਸ, ਫਿਰ ਮੁਕਰਾਂਗੇ ਨਹੀਂ। ਮੁਕਲਾਵੇ ਦਾ ਮਤਲਬ ਹੁੰਦਾ ਹੈ ਅੱਜ ਤੋਂ 30 ਸਾਲਾਂ ਬਾਅਦ, 20 ਸਾਲਾਂ ਬਾਅਦ ਵੀ ਜੇ ਬੱਚੇ ਜਵਾਨ ਹੋਣਗੇ ਤੇ ਫਿਰ ਵਿਆਹ ਹੋਏਗਾ, ਫਿਰ ਕਿਤੇ ਹੋਰ ਨਹੀਂ, ਆਸੇ ਪਾਸੇ ਨਹੀਂ ਵੇਖਣਾ। ਇਹਨੂੰ ਮੁਕਲਾਵਾ ਕਿਹਾ ਗਿਆ। ਬਈ ਸਾਡਾ ਮੁਕਲਾਵਾ ਹੋ ਗਿਆ ਜਿਸ ਦਿਨ ਸਾਡਾ ਜਨਮ ਹੋਇਆ, ਜਿਸ ਦਿਨ ਇੱਥੇ ਅਸੀਂ ਆਏ ਹਾਂ, ਸਾਡਾ ਮੁਕਲਾਵਾ ਤੈਅ ਹੋ ਗਿਆ, ਮਰਨਾ ਭਾਈ, ਵਿਆਹ ਹੀ ਜਾਣਾ ਹੈ ਅਸੀਂ।
पर सब दी वारी अपनो अपनी है, वारी आपो अपनी, कोई ना बंदा धीर, कोई किसी नूं नहीं रोक सकता। सब दी वारी है, सबना सौरे वंजना, सब मुकलावनहार, सारियां दे मुकलावे लिखे गए ने, मुकलावे ले गए ने प्रभु वल्लों। नानक धन सुहागणी जिन शह नाल प्यार, पर धन ते ओ है जिहड़े प्रेम दे रंग दे विच ये गा के जाए, गावो गावो दुल्हनी मंगल चारा मेरे ग्रह आए राजा राम पधारा। गाओ, मैं हुण तुरन लगी हाँ, तुसी भी गाओ। ये वाली अवस्था किसी बिरले दे विच हुंदी है, उन्होंने महाराज जी ने धन सुहागण आख्या, जिन्हों अपने पति प्रेम दे नाल जिउंदे जी इत्थे प्रेम पै गया है जी। श्री राग महला पंजवा, घर छेवा, करण कारण एक ओही, जिन की आकार, तिसह त्यावो मन मेरे, सर्ब को आधार। श्री राग महला पंजवा, घर छेवां, छेवां घर का सिरलेख है, पिछे पढ़ के आए हाँ असी। घर दूजे तो शुरू किया सी, अज दो शब्द घर दूजे दे, ये शब्द घर छेवां वाला, ते कुल गिणती जिहड़ी है 24वां शब्द है गुरु अर्जुन देव महाराज जी का। करण कारण एक ओही, जिन किया आकार, वही करण वाला है, मारन वाला भी वही है, जीवन वाला भी वही है, सुख वाल देण वाला भी, दुख भी, मिलाप भी हो, विछोड़ा भी हो, जिन्हें सब बनाया। तिसे ध्यावो मन मेरे, सर्व को आधार, जिहड़ा सारियां दा आधार है ना, सब नूं जीवन दान, सब नूं रिजक देण वाला है, सारे सुख देण वाला है। फिर सारा कुछ छड्ड के उहदा सिमरन जरूर करो, उहदा आसरा परना लो जी। गुर के चरण मन मह ध्याए, छोड़ सगल सियाण पा, साच शब्द लिव लाए रहाओ। गुर के चरण मन मह ध्याए, मन दे अंदर गुरु के चरणों का ध्यान, गुरु की बाणी का, चरण बाणी है, ज्ञान है गुरु का। छोड़ सियाण, छोड़ सगल सियाणपा, साच शब्द लिव लाए। सच्चा शब्द की है, सिखो शब्द प्यारियो, जन्म मरण की टेक। ये गुरबाणी है, ये गुरु का शब्द है। इनू ही सतगुरु जी ने साची बाणी कहा कि साची बाणी अपने हिरदे विच वसा, साच शब्द लिव लाए। ये सच्ची बाणी है, सतगुर की बाणी। सत सत कर जानो, गुर सिखो हर करता आप मोह कढ़ाए। यही सच बाणी साच शब्द नूं अपने हिरदे विच वसा, सुरत शब्द विच जोड़न दा जतन कर रहा हो। दुख कलेश ना पाओ व्यापै, गुर मंत्र हृदय सोए होए। कोट जतना कर रहे, गुर बिन तरियो ना कोय। गुरमंत्र हीणस्य जो प्राणी, त्रिगंत जन्म प्रश्न है। कूकर है, सूकर है, गर्दब है, काका है, सर्प है, तुरख तुलख है। जिदे हिरदे विच नाम ही नहीं है, गुरु का मंत्र ही नहीं है। दुर्गो पंडित जी प्रशादा छकते ने बाबा अमरदास जी के हाथ तो, बहुत उपमा करते हैं, बड़ी सेवा की, बड़े तीरथ करते। तो प्रशादा निवाला मूँह च पाँदे पाँदे पूछण लग गए, बाबा जी तुहाडा गुरु कौन है? तो बाबा अमरदास जी ने कहा, गुरु वो तो अजे तक कोई नहीं है। उही निवाला बाहर किया तो थाल परां करता कि निगुरे तो खाना उहदा ते नाम भी। जब ये गल सुनी बाबा अमरदास जी ने, फिर सौ नहीं सके राती। अणियाला तीर वज गया पंडित दुर्गो का आख्या होया। तो फिर गुरु के शब्द का ऐसा अंदर प्रेम बजिया। बीबी अमरो ने शब्द पढ़िया ना कि काया आहरण मन विच लोहा, पंच अगन तिस पंच अगन तित लाग रही। कोयले पाप पढ़े तिस ऊपर मन जलिया, सन्नी चिंत पई। भया मनूर कंचन फिर होवै, जे गुर मिलै तिनेहा, जे गुर मिलै तिनेहा। गुर मंत्र ही नहीं है, जे गुरु ही नहीं मिलया तो फिर थोड़ी है। तो महाराज कहते गुर मंत्र हीणस्य जो प्राणी त्रिगंत। गुरु का मंत्र हिरदे विच नहीं है, फिर कादा शिंगार है। प्रणवत नाम दियो ना कह बिना, नह सो है 32 लखना। सब कुछ होए, सारे गुण होण, गुरु का मंत्र ही ना होए तो फिर कादी शोभा है। कूकर है, सूकर है, गर्दब है, काका है, ये सारी जूना दे तुल आख्या कि जिउंदे जी अंदर जहर दे भरे होए, हलकाए कुत्ते की तरह, लोभ दे विच हाँ, गधे की तरह। हुण खोते का की है? हरी अंगूरी गदही गदहा चरै, हरी अंगूरी गदहा चरै, नित उठ हासै हींगै मरै। तो
कि गधे का सुभाव की है, उन्हें सौ जाना फिर उठना हैं चू जिहड़ा उहदा सुभाव है गुरु साहब कहते, फिर उन्हें फिर घाह चरनी है, फिर जे काम कुम कर लिया लद लिया समान लद लिया फिर सौ गया खा पी के। बस ये मनुखा वाला जीवन थोड़ी महाराज कहते इत्थे खोते वाला जीवन है जे प्रभु का सिमरन ही नहीं है, जे प्यारे की याद ही नहीं है, जे अंदर सबर ही नहीं है, तो फिर खोते नूं ते हमेशा दुलत्तियां, मालक नूं भी मारदा खोता दुलत्तियां जे बनिया ना होण। इस करके मन खुदहर तेरा नहीं विसास, तू महा उदमादा खरका पैखर तो छुटा जो ऊपर लादा। यही सतगुरु जी महाराज जी सारा कुछ कहते बई गुरु का मंत्र हिरदे च होए। तो गुरु का मंत्र की है? वाहिगुरु गुर मंत्र है जप हौमै खोए। भाई गुरदास घटो घट वाहिगुरु बोलो जिहड़ा हर एक विच समाया है। दुख कलेश ना भाव व्यापै, गुर मंत्र हिरदे होए। ना दुख है ना कलेश है ते ना कोई डर है। निरभव जपै सगल भाव मिटै। सतगुरु जी कहते जिदे हिरदे च गुरमंत्र है, कोट जतना कर रहे, करोड़ां जतन करके थक जाओगे, गुर बिन तरियो ना कोई। गुरु तो बिना कोई तरन वाला, कोई तारण वाला होर नहीं है, ते कोई नहीं तरिया गुरु तो बिना। गुरु मिले ते पार उतारा है जी। देख दर्शन मन साधारै, पाप सगले जाहे। हऊँ तिन कै बलहारण, जे गुर की पैरी पाहे। यही गल गुरमुखा तो गुरु के दीदार होंगे। फिर गुरु के दीदार तो जड़ा घट घट विच समाया होया ना वाहिगुरू, ये प्रतीति गुरु जी देंदे ने कि वो हर एक विच है, वो घट घट विच है, वो गोपाल है, धरती नूं पालण वाला है, वो सब घट है। इनू देख दर्शन क्या है? इनू क्या है कि ये जद पूर्ण भरोसा गुरु तो मिल जाता है कि वही है, फिर देख दर्शन मन साधार है। साधार आधार प्लस चंगा आधार जे टेक लैनी है फिर अडोल दी टेक लो। इनू साधार है क्या है? चंगा आधार लो, बाकी सारे इहदे आधार छुट्टण वाले ने। इको एक साधार है चंगा आसरा। देख दर्शन मन साधार है, पाप सगले जाहें, मन दे पाप दूर होंदे। हाँ तिन कै बलहारना है, जे गुर की पैरी पाहें। जे गुरु दे चरणा च डिगे ने उन्होंने सोझी मिली है कि वो प्रभु सबै घट राम बोले, सब घट विच है जी। साध संगत मन वसै, साच हर का नाम। सेवड भागी नानका, जिन्ना मन ए पाओ। साध संगत मन वसै, संगत विच बैठिया वाहिगुरु जी का नाम हिरदे विच वसदा है, हरि नाम हिरदे विच वसदा है। साध संगत मन वसै, साच हर का नाम, जिहड़ा सच्चा नाम है हरि दा वो हिरदे च वसिया। सेवड भागी नानका, जिन्हां मन ये भाओ। वड्डे भाग वाले ने जिन्हां दे मन च ये प्रेम पैदा होया है जी। श्री राग महला पंजवा, संच हर तन पूज सतगुर। छोड़ सगल विकार, जिन तू साज सवारिया। हर सिमर होए उधार। श्री राग महला पंजवा। संच हर तन पूज सतगुर। नाम धन इकट्ठा करने वास्ते पूजा कर सतगुरु की। तो सतगुरु की पूजा कोई बाहरली नहीं है, ये अंदर दी है। तेरा नाम करी चन्नाठिया, जे मन उरसा होए। करनी कंगू जे रलै घट अंदर पूजा होए। पूजा कीचै नाम ते आई है। यही है सतगुर की पूजा। छोड़ सगल विकार, मन विच ते ख्याल ही ना होए। एक प्रभु का सिमरन होए तो ख्याल किवें होणगे? पाप वाले विकार वाले ख्याल उस घर विच टिकणगे ना जिथे नाम नहीं है। तो जिथे नाम है उत्थे विकार होणगे ही नहीं, उत्थे प्रभु का नाम है। जिन तू साज सवारिया, हर सिमर होए उधार। जिस वाहिगुरु ने सब कुछ सिरजिया सवारिया, उस हर प्रभु नूं सिमर के, उस हरि नूं सिमरन करके तू अपना उद्धार कर जी। जप मन नाम एक अपार, प्राण मन तन जिन्ह दिया। हृदय का आधार रहाओ। जप मन नाम एक आधार, एक अपार। एक अपार का मतलब अपर अपार नाम इको ही वड्डा है।
सब तो असीम है, सब तो बड़ा है। प्राण मन तन जिन्हें दिया, हृदय का आधार, जिन्हें सब कुछ दिता है तो सांभण वाला भी वही है। बदिया तू चिंता छड़ के प्रभु का चिंतन कर रहा हो। काम क्रोध अहंकार माते व्याप्या संसार, पाओ संत शरणी लाग चरणी, मिटै दुख अंधार। बहुत कमाल दे बचन ने। विकारां दा खैड़ा छड़ अपने अंदरों। अग बलदी है तेरे अंदर काम दी, क्रोध दी, अहंकार दी। मतिया पिया तू, काम क्रोध अहंकार माते। माते मतलब मस्त बंदा, बिल्कुल मतिया होया, गुड़ुच है मत। व्याप्या संसार, सारा संसार ही ये तिना अवगुणा दे विच ही है, इस तो बाहर नहीं है। ये तीन अवगुण बड़े भारी ने, काम क्रोध ते अहंकार। सारा संसार मतिया पिया दे विच। पाओ संत शरणी लाग चरणी, मिटै दुख अंधार। संत जना की संगत विच बैठो, गुरु दे चरण लगो, चरणी लगो, बाणी विच टिको, तेरे अंदरों दुख अंधेरा दूर होए जी। सत संतोख दया कमावे, एह करणी सार। आप छोड़ सब होए रेणा, जिस दे प्रभ निरंकार। कमाउण वालियां चीज़ां ये ने, ये है सच, संच हर धन पूज सतगुर। ये है संच, ये पूंजी इकट्ठी करो। सत संतोख दया कमावै, यह करनी सार। श्रेष्ठ, सार का मतलब सब तो उत्तम। ये है जीवन भी तेरे अंदर सत, सत संजम होए, सत सील होए, करैक्टर होए, संतोख होए, सबर होए तेरे अंदर, शुकराना होए। क्योंकि संतोख प्रभु की प्राप्ति की निशानी है। मन जागै की यह निशानी, मन इको सच्चा हुक्म पछाणी। सहज संतोख सदा तृप्तासै, आनंद खसम कै पाणै जियो। संतोख बड़ी वड्डी दात है, पर मिलता ही गुरु तो है। महा संतोख होवै गुर बचनी, ये संतोख ही गुरु के बचना तो मिलना है। सत संतोख दया, दया होनी जरूरी है। देखो जिथे जिथे दया संतोख इकट्ठा आया, दया कपाह संतोख सूत, जत गंडी सत वट, यह जनेऊ जी का हई ता। दया होएगी तो संतोख आएगा ना, तो संतोख आ गया फिर कोई दया नहीं खो सकता तुहाडे मन तो। सत संतोख दया कमावै, यही करनी सार। आप छोड़ सब होए रेणा, जिस दे प्रभ निरंकार। अपना आप त्याग के, अपने अहंग नूं त्याग के साध संगत की धूड़ी हो। यही महाराज जी कहते हैं, यही सेवा संतोख दया कमाउण वाली सब तो वड्डी दात है। पर यह दात तू किवें कमाएगा, किवें लेगा? बस बाहरों दिखावा कर सकते हैं असी, मिठे बचन बोल के, जिवें मैं बड़ा प्रभाव पा सकदा कि बई बहुत संतोख है, दया है। जिस दे प्रभ निरंकार, निरंकार प्रभु ये दात जिन्हों देगा ना, उदी झोली सत संतोख दया दी ये दात पैंदी है जी। जो दिसै सो सगल तू है, पसरिया पासार। कहो नानक गुर परम काटिया, सगल ब्रह्म विचार। सतगुरु जी गुरु अर्जुन देव महाराज जी कहते कि जो दिसै सो सगल तू है, तू ही तू है, सब कुछ तू है। कबीर साहब ने भी क्या सी, अब कब जब तब तू ही तू ही, तू ही तू ही क्या, बस बस होर कुछ नहीं। हम तो प्रसाद सुखी सद ही। जे ये मान लिया ना कि ये समझ गया मन की उही है, फिर काहदा दुख है, फिर तो तेरी कृपा ही है, बस तू ही है। इनू ही क्या, जो दिसै सो सगल तू है, पसरिया पासार। कहो नानक गुर भरम काटिया, यही भरम कटिया गया। पहला भरम सी कि मैं ही कर रहा, हुण ये भरम कट गया कि तू है, तू है, तू दाना, तू अबचल, तू ही जात मेरी पाती। तू अडोल कभै डोलै नाही, ता हम कैसी ताती। एक है एक तू ही, एक है तू राया, तो कृपा ते सुख पाया। कहो नानक गुर भरम काटिया, सगल ब्रह्म विचार। सब तो श्रेष्ठ ते रब दी विचार, ब्रह्म दी विचार नूं क्या है कि सब तो उत्तम विचार यही है, यही रब्बी विचार है। यही मन के अंदर ज्ञान दी विचार है
कि वो प्रभु ही सब कुछ कर रहा है, मैं नहीं कर रहा, ये भरम दूर हो जाएगा। साहिब जी बख्शिश करन। इन्हां 4 शब्दां दे विच अज सतगुरु जी ने बड़ी किरपा की। पहले शब्द 2 जिहड़े ने वो संसार ते शरीर की नाशवानता वल इशारा कर रहे हैं कि साडा जिहड़ा इत्थे जिन्ना कुछ पसारा है, सिर्फ और सिर्फ जिन्ना चिर तक वो वाहिगुरू है उन्ना चिर तक जी जी सारे कहणगे, पर उस तो बाद सब भुल जाएगा। संसार कोई नहीं किसी नूं किन्ना कुछ चिर तक असीं करांगे। बस वध तो वध साडे दादियां दी जां परदादे दी तस्वीर किसी दे घर बिरले दी होएगी। इन्ना क समा बस बंदा यही सच सतगुरु जी ने कहा। अगे फिर 2 शब्दों के विच प्रभु का सिमरन किया कि करन वाला भी उही है, कराउण वाला भी उही है। बस अपनी मैं नूं छड्ड के उस प्रभु के नाम नूं हिरदे विच वसाओ ते निशानी दसी, सत संतोख दया कमावै यही करनी सार। ये कमाई तेरे जीवन दे विच मार साडे जीवन विच होएगी, पर यह प्रभु की दया तो प्रभु की किरपा मंगीए, ये दात हासिल होए। श्री गुरु ग्रंथ साहब जी का धन्नवाद, आप संगतां दा धन्नवाद, भाई साहब जी का धन्नवाद। भुलां चुकां दी खिमा है जी। सारे गज के फतेह बुलाओ, पर उस तो पहलां कल नूं बच्चियां दा प्रोग्राम है, सब नूं बेनती है जी सारे पहुँचो। तो कल यतन कर रहे हैं कि सरदार रजिंदर सिंह जी जौली जिन्हों ने ये किताब लिखी है भाई महाराज सिंह ते लॉन्च की है, कल यतन करके उन्होंने जे हो सकिया तो इत्थे सदन का यतन कर रहा है। जे वो कल साडे कोल आ जाण तो प्रधान साहब तो साडी प्रबंधक कमेटी चाहुंदी है कि जौली साहब अमेरिका जाण वाले ने 1-2 दिनों च, उन्हां दा अमेरिका जाण तो पहलां रजौरी गार्डन की संगत वालों सन्मान किया जाए, क्योंकि संगत नूं नहीं सानू नहीं पता सी भाई महाराज सिंह बारे, पर असी इन्ना जिक्र नहीं किया। पर उन्हां दी बदौलत रजिंदर सिंह जौली की बदौलत असी 2-3 दिन भाई महाराज सिंह के दिन नूं भी उन्हां दी शहादत के दिन नूं भी चेते किया। सो उन्हां दा सन्मान करना बनता है। सो कल बच्चियां दे समागमां दे नाल ही रजिंदर सिंह जौली होरां नूं सन्मान करन दा यतन करांगे। बाकी जिवें साहिब नूं भाए गज वज के फतेह बुलाओ। आखो जी वाहिगुरू जी का खालसा वाहिगुरू जी की फतेह।